ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਇੱਕ ਸਰਹੱਦੀ ਸੂਬਾ ਅਤੇ ਕਿਸਾਨੀ ਬਿੱਲ ਪਾਸ ਹੋਏ ਨੇ ਤਾਂ ਲੋਕਾਂ 'ਚ ਗੁੱਸਾ ਵੀ ਫੈਲ ਸਕਦਾ ਹੈ। ਇਸ ਦੇ ਨਾਲ ਹੀ ਉਹਨਾਂ ਹੋਰ ਵੀ ਕਾਫੀ ਕੁਝ ਨਿਸ਼ਾਨੇ ਸਾਧੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਦੋਗਲੇ ਚਿਹਰੇ ਦੀ ਵੀ ਨਿਖੇਧੀ ਕੀਤੀ ਹੈ। ਕੈਪਟਨ ਦੀ ਅਗਵਾਈ 'ਚ ਪੰਜਾਬ ਦੇ ਰਾਜਪਾਲ VP ਸਿੰਘ ਬਦਨੌਰ ਨੂੰ ਵੀ ਇੱਕ ਵਫਦ ਮਿਲਿਆ। ਉਸ ਤੋਂ ਬਾਅਦ ਕੈਪਟਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਹਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਤੋਂ ਪਹਿਲਾਂ ਅਸੀਂ ਇੱਕ ਮੀਟਿੰਗ ਸੱਦੀ ਸੀ ਜਿੱਥੇ ਸਾਰੇ ਕਿਸਾਨ ਯੂਨੀਅਨ ਸੇ ਔਰ ਉੱਥੇ ਸਾਰਿਆਂ ਦਾ ਸਰਬਸੰਮਤੀ ਨਾਲ ਫੈਸਲਾ ਹੋਇਆ ਸੀ। ਸਿਰਫ ਅਕਾਲੀ ਦਲ ਨਹੀਂ ਉਹਦੇ ਸ਼ਾਮਲ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਇਹਨੂੰ ਅਪੋਜ਼ ਕਰਨਾ ਹੈ। ਔਰ ਉਸ ਤੋਂ ਬਾਅਦ ਸਾਡੀ ਪਾਰਟੀ ਔਰ ਕਿਸਾਨ ਯੂਨੀਅਨ ਸਾਰੇ ਲੱਗੇ ਹੋਏ ਨੇ ਇਹਨੂੰ ਅਪੋਜ਼ ਕਰਨ 'ਚ। ਇਹ ਵੀ ਮੈंने ਉਦੋਂ ਲਿਖਿਆ ਸੀ ਪ੍ਰਾਈਮ ਮਿਨਿਸਟਰ ਨੂੰ ਜਦੋਂ ਖਬਰ ਆਈ ਕਿ ਕੋਈ ਕਮੇਟੀ ਬਿਠਾਈ ਸੀ ਉਹਨਾਂ ਨੇ, ਲੇਕਿਨ ਉਹ ਸੂਬਾ ਜਿਹੜਾ ਇਸ ਦੇਸ਼ ਨੂੰ ਅੰਨ ਖਵਾਉਂਦਾ ਹੈ ਉਸ ਨੂੰ ਉਸ ਕਮੇਟੀ ਦਾ ਮੈਂਬਰ ਨਹੀਂ ਬਣਾਇਆ ਸੀ। ਉਦੋਂ ਇੱਕ ਉਹਨਾਂ ਦੀ ਮੀਟਿੰਗ ਹੋ ਗਈ, ਉਸ ਤੋਂ ਬਾਅਦ ਫਿਰ ਸਾਨੂੰ ਮੈਂਬਰ ਬਣਾਤਾ। ਉਸ ਤੋਂ ਬਾਅਦ ਇੱਕ ਮੀਟਿੰਗ ਹੋਈ ਜਿੱਥੇ ਸਾਡੇ FM ਸਾਹਿਬ ਗਏ ਸੀ ਔਰ ਸਿਰਫ ਇਹਨਾਂ ਨੂੰ ਕੋਈ फाइनेंशियल इशूज़ थे कोई डिस्कशन उन्होंने कोई की। तीसरी बार अफसर सदे जैसे प्रधान जी ने कहा है और उन्होंने कहा थोड़ी राय नहीं असी चाहते, असा सिर्फ दसन वास्ते थोड़ा बनाया कि असी ऑर्डीनेंस पास कर रहे हैं। सो जो सूबा 70 साल तो इस देश को अन्न खवाउंदा है उहदी तुसीं राय भी नहीं लेनी। और अज असी एक बैठे हैं बॉर्डर स्टेट ते। ਤੁਹਾਨੂੰ ਪਤਾ ਹੈ ਡੇਲੀ ਅੱਜ ਵੀ ਤੁਹਾਡੇ ਅਖਬਾਰਾਂ 'ਚ ਕਿ ਯੈਸਟਰਡੇ ਇੱਕ ਕੱਲ੍ਹ ਕੋਈ ਖਾਲਿਸਤਾਨੀ ਇੱਕ ਸੈੱਲ ਤੋੜਿਆ ਸੀ। ਇਹ ਪਾਕਿਸਤਾਨ ਕਰਦਾ ਰਹੂ, ਹਥਿਆਰ ਭੇਜਦੇ ਰਹੂ, ਬੰਦਿਆਂ ਨੂੰ ਭੇਜਦਾ ਰਹੂ ਔਰ ਇੱਥੇ ਗੜਬੜ ਕਰਾਉਣ ਦੀ ਪੂਰੀ ਕੋਸ਼ਿਸ਼ ਕਰੂਗਾ। ਇਹ ਉਹਨਾਂ ਦੀ ਪਾਲਿਸੀ ਸ਼ੁਰੂ ਤੋਂ ਰਹੀ ਹੈ ਔਰ ਆਪਾਂ ਕਿਉਂ ਖੇਲਦੇ ਆ ਉਹਨਾਂ ਦੇ ਇਸ ਪਾਲਿਸੀ ਦੇ ਵਿੱਚ, ਕਿਉਂਕਿ ਆ ਜਿਹੜਾ ਕੁਝ ਹੋ ਰਿਹਾ ਹੈ ਇਹਦੇ ਵਿੱਚ ਜ਼ਰੂਰ ਰੋਸ ਜਾਗੂਗਾ ਪੰਜਾਬ 'ਚ ਔਰ ਜਦੋਂ ਰੋਸ ਜਾਗਦਾ ਹੈ ਫਿਰ ਕੁਝ ਵੀ ਹੋ ਸਕਦਾ ਹੈ। ਇਸ ਕਰਕੇ ਇਹ ਮੈਂ ਬਾਰ-ਬਾਰ ਕਿਹਾ ਸੀ, ਮੈਂ 3 ਚਿੱਠੀਆਂ ਪ੍ਰਾਈਮ ਮਿਨਿਸਟਰ ਨੂੰ ਲਿਖ ਚੁੱਕਿਆ, ਇਸ 'ਤੇ ਮੈਂ ਪਰਸਨਲੀ ਮਿਲ ਚੁੱਕਿਆ। ਹੁਣ ਨਹੀਂ, ਇਹ ਕਾਫੀ ਦੇਰ ਦੀ ਗੱਲ ਹੈ। ਮੈਂ ਤਾਂ ਮਾਰਚ ਤੋਂ ਬਾਅਦ ਉੱਥੇ ਕੱਲ੍ਹ ਹੀ ਗਿਆ ਸੀ ਦਿੱਲੀ। ਉਸ ਤੋਂ ਪਹਿਲਾਂ ਅਸੀਂ 3 ਵਾਰ ਉਹਨਾਂ ਨੂੰ ਲਿਖ ਚੁੱਕੇ ਹਾਂ ਕਿ ਤੁਸੀਂ ਆ ਨਾ ਕਰੋ, ਇਹਦੇ ਨਾਲ ਬੜੀ ਗੜਬੜ ਹੈ। ਲੁੱਕ ਐਟ ਦੀ ਨੈਸ਼ਨਲ ਇੰਟਰਸਟ ਜਿਹੜਾ ਆਪਾਂ ਇਸ ਲੂਜ਼ ਕਰ ਬੈਠਾਂਗੇ। ਨਹੀਂ ਮੰਨੇ, ਉਹਨਾਂ ਨੇ ਹੁਣ ਆਰਡੀਨੈਂਸ ਲਿਆਏ ਨੇ। ਮੈਂ ਆਸ ਕਰਦਾ ਕਿ ਇੱਕ ਤਾਂ ਪਾਸ ਕਰਤਾ ਕੱਲ੍ਹ, ਲੇਕਿਨ ਦੂਜੇ 2 ਸਮਝ ਕੇ ਕਿ ਦੇਸ਼ ਦਾ ਕਿੰਨਾ ਨੁਕਸਾਨ ਹੋਊ ਐਂਡ ਇਹ ਵੀ ਸਮਝਣ ਕਿ ਪੰਜਾਬ ਦੇ ਵਿੱਚ 75% ਕਿਸਾਨੀ ਸਾਡੀ ਤਕਰੀਬਨ 5 ਏਕੜ ਤੋਂ ਘੱਟ ਹੈ, ਉਹ ਤੋਂ ਅੱਧੀ ਜਿਹੜੀ ਹੈ ਉਹ 2 ਏਕੜ ਤੋਂ ਘੱਟ ਹੈ। ਜਦੋਂ ਲੋਕ ਸੁਖਬੀਰ ਬਾਦਲ ਦਾ ਵਾਈ ਡਿਡਨਟ ਹਿਜ਼ ਵਾਈਫ देखो, ਜਦੋਂ ਤੁਹਾਡਾ कैबिनेट दिस काउंसिल ऑफ मिनिस्टर्स मीट करती है, इज शी अ मैंबर और नॉट? ਜਿਹੜੇ ਮੈਂਬਰ ਜਿਹੜੇ ਕਾਉਂਸਲ ਆਫ ਮਿਨਿਸਟਰ ਨੇ ਫੈਸਲਾ ਕੀਤਾ ਕਿ ਆਰਡੀਨੈਂਸ ਪਾਸ ਕਰਨੇ ਨੇ, ਹੋਇਆ ਜਾਂ ਨਹੀਂ ਹੋਇਆ? ਅਗਰ ਉੱਥੇ ਸੇ ਤਾਂ ਕਿਉਂ ਨਹੀਂ ਬੋਲੇ? ਅਗਰ ਨਹੀਂ ਉੱਥੇ ਸੇ ਤਾਂ ਬਾਅਦ ਚ ਪ੍ਰੋਟੈਸਟ ਕਿਉਂ ਨਹੀਂ ਕੀਤਾ? हैज़ शी एट एनी स्टेज कुछ उन्होंने गल की है? कल सुखबीर बादल जाके उत्थे कुछ कहना है, इत्थे की कीता सी इन्होंने विधान सभा च। सो ये ड्रामेबाजी बड़ी देर नहीं चलती, लोग सारे इन्हों पछाण गए ने। दिस इज़ ओनली ट्राइंग टू अपनी हुण सारे उन्होंने पार्टी वाले ने उन्होंने चंगी तरह घूरिया है तो अपना मूँह फेस सेविंग जिन्हों कहते हैं वो कर। इस दे नाल ही इस खबर पर होर जानकारी लेने साडे नाल चंडीगढ़ तो साडे सीनियर सहयोगी विनीत कपूर लाइव जुड़ चुके हैं। विनीत, जो केंद्रीय ऑर्ਡੀਨੈਂਸਾਂ ਨੂੰ ਲੈ ਕੇ लगातार सियासत भी ਹੁਣ ਹੋਣੀ ਸ਼ੁਰੂ ਹੋ ਗਈ ਹੈ, ਉਸ ਤੋਂ ਬਾਅਦ ਅੱਜ ਪੰਜਾਬ ਕਾਂਗਰਸ ਦਾ ਇੱਕ ਵਫਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਰਾਜਪਾਲ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ। ਤਾਂ ਉਸ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦੇ ਆ ਕਈ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਤੰਜ ਕੱਸੇ ਨੇ ਉਹਨਾਂ ਨੇ। बिल्कुल, देखो सीधे तौर पर गुरप्रीत अगर इस ऑर्ਡੀਨੈਂਸ की गल करिए तो जिस तरह नाल कल एक ऑर्ਡੀਨੈਂਸ जिहड़ा वो बिल की शक्ल लै चुका है, 2 ऑर्ਡੀਨੈਂਸ जिहड़े ने अज भी लोक सभा के पेश होंदे नज़र आउणगे और उसका हुण वड्डे पद्धर ते विरोध होना शुरू हो चुका है। मुख मंत्री कैप्टन अगविंदर सिंह की अगवाई हेठ एक वफद जिहड़ा हुण राज्यपाल नूं मिलिਆ, राष्ट्रपति दे नाल एक ज्ञापन सौंपिਆ गया और इस ज्ञापन दे विच सीधे तौर पर मंग आही कीती गई है कि आ जिहड़ा ऑर्ਡੀਨੈਂਸ है पंजाब दे विच लागू नहीं होना चाहिए, इन्हां नूं सिरे तो खारिज किया जाए। इस तरह की मंग लगातार की जा रही है क्योंकि जेकर आपां
ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ, ਵਿਰੋਧੀ ਪਾਰਟੀਆਂ ਦੀ ਗੱਲ ਕਰੀਏ, ਤੇ ਵਿਰੋਧੀ ਪਾਰਟੀਆਂ ਇਹੀ ਕਹਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਜੇਕਰ ਆ ਆਰਡੀਨੈਂਸ ਲਾਗੂ ਹੁੰਦੇ ਨੇ ਤੇ ਫਿਰ ਇਸ ਨਾਲ ਜਿਹੜੀ ਕਿਸਾਨੀ ਹੈ ਉਹ ਕਿਤੇ ਨਾ ਕਿਤੇ ਬਦਹਾਲੀ ਦੀ ਤਰਫ ਵੱਧਦੀ ਹੋਈ ਨਜ਼ਰ ਆਏਗੀ, ਕਿਉਂਕਿ ਮੰਡੀਆਂ ਦਾ ਨਿੱਜੀਕਰਨ ਹੋਏਗਾ। ਮੰਡੀਆਂ ਦੇ ਵਿੱਚ ਨਿੱਜੀਕਰਨ ਹੋਏਗਾ ਤੇ ਜਿਹੜੀ ਪ੍ਰਾਈਵੇਟ ਕੰਪਨੀਆਂ ਇਸ ਮੰਡੀਆਂ ਦੇ ਵਿੱਚ ਆਉਣਗੀਆਂ ਉਹ ਸਿੱਧੇ ਤੌਰ ਤੇ ਫਸਲਾਂ ਨੂੰ MSP ਤੇ ਨਹੀਂ ਖਰੀਦਣਗੀਆਂ, ਬਲਕਿ ਫਸਲਾਂ ਦੀ ਖਰੀਦ ਜਿਹੜੀ ਹੈ ਮਨਮਾਨੇ ਦਾਮਾਂ ਤੇ ਹੁੰਦੀ ਹੋਈ ਨਜ਼ਰ ਆਏਗੀ। ਜਿਸ ਢੰਗ ਦੇ ਨਾਲ ਪਿਛਲੇ ਸਾਲ ਮੱਕੇ ਦੀ ਗੱਲ ਕਰੀਏ ਜਾਂ ਇਸ ਸਾਲ ਮੱਕੇ ਦੀ ਫਸਲ ਦੀ ਗੱਲ ਕਰੀਏ, 1700 ਰੁਪਇਆ ਮੱਕੇ ਦਾ MSP ਸੀ, ਲੇਕਿਨ ਖਰੀਦ ਕਿੰਨੇ ਦੇ ਵਿੱਚ ਹੋਈ? 500, 600 ਜਾਂ 700 ਰੁਪਏ ਪ੍ਰਤੀ ਕੁਇੰਟਲ। ਉਹੀ ਹਿਸਾਬ ਹੁਣ ਜੇਕਰ ਆਪਾਂ ਕਣਕ ਦੀ ਫਸਲ ਦੀ ਗੱਲ ਕਰੀਏ ਜਾਂ ਫਿਰ ਆਪਾਂ ਜੀਰੀ ਦੀ ਫਸਲ ਦੀ ਗੱਲ ਕਰੀਏ, ਉਸ ਦਾ ਵੀ ਆਹੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਈ ਸਿਆਸੀ ਤੰਜ ਖਸੇ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜੋ ਦੋਗਲਾ ਚਿਹਰਾ ਸੀ ਉਹਨਾਂ ਦਾ ਉਹ ਹੁਣ ਸਾਹਮਣੇ ਆ ਚੁੱਕਿਆ, ਕਿਉਂਕਿ ਵਜ਼ੀਰ ਨੇ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ, ਤਾਂ ਉਸ ਤੋਂ ਬਾਅਦ ਪਹਿਲਾਂ ਤਾਂ ਉਹਨਾਂ ਵੱਲੋਂ ਉਸ ਦਾ ਫੇਵਰ ਕੀਤਾ ਜਾਂਦਾ ਤੇ ਬਾਅਦ ਵਿੱਚ ਵਿਰੋਧ ਕੀਤਾ ਜਾਂਦਾ ਹੈ। ਉਹਨਾਂ ਦੇ ਦੋਹਰੇ ਮਾਪਦੰਡਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਸਵਾਲ ਖੜੇ ਕੀਤੇ ਨੇ। ਬਿਲਕੁਲ, ਦੇਖੋ ਸਿੱਧੇ ਤੌਰ ਤੇ ਗੁਰਪ੍ਰੀਤ, ਜੇਕਰ ਆਪਾਂ ਗੱਲ ਕਰੀਏ ਜਿਸ ਢੰਗ ਦੇ ਨਾਲ ਸੁਖਬੀਰ ਬਾਦਲ ਦੀ ਕੱਲ੍ਹ ਇੱਕ ਸਟੇਟਮੈਂਟ ਸਾਹਮਣੇ ਆਈ ਸੀ, ਸੁਖਬੀਰ ਬਾਦਲ ਕਹਿੰਦੇ ਨਜ਼ਰ ਆਏ ਕਿ ਉਹਨਾਂ ਨੇ ਲੋਕ ਸਭਾ ਦੇ ਵਿੱਚ ਇਨ ਆਰਡੀਨੈਂਸਾਂ ਦਾ ਵਿਰੋਧ ਕੀਤਾ ਹੈ। ਲੇਕਿਨ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ, ਸਵਾਲ ਇਹੀ ਹੈ ਕਿ ਜਦੋਂ ਆ ਆਰਡੀਨੈਂਸ ਕੈਬਨਿਟ ਦੇ ਵਿੱਚ ਪਾਸ ਕੀਤੇ ਜਾ ਰਹੇ ਸੀ ਤਾਂ ਉਸ ਸਮਾਂ ਹਰਸਿਮਰਤ ਕੌਰ ਬਾਦਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਸੰਬੰਧਿਤ ਹੈ, ਸਾਂਸਦ ਬਣੀ ਹੈ ਔਰ ਅੱਜ ਵਜ਼ੀਰ ਹੈ, ਉਹ ਉਸ ਸਮਾਂ ਇਸ ਦਾ ਵਿਰੋਧ ਕਰਦੀ ਹੋਈ ਨਜ਼ਰ ਕਿਉਂ ਨਹੀਂ ਆਈ? ਆ ਇੱਕ ਵੱਡਾ ਸਵਾਲ ਹੈ ਕਿ ਜਿਸ ਤਰ੍ਹਾਂ ਨਾਲ ਅਗਰ ਵਿਰੋਧ ਕਰਨਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਉਸੇ ਸਮਾਂ ਕਰਦੇ। ਔਰ ਪਹਿਲਾਂ ਅਗਰ ਤੁਹਾਨੂੰ ਕੁਝ ਪ੍ਰੈਸ ਕਾਨਫਰੰਸਾਂ ਵੀ ਯਾਦ ਹੋਣਗੀਆਂ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਹਿਮਾਇਤ ਕਰਦੇ ਨਜ਼ਰ ਆ ਰਹੇ ਸੀ ਇਨ ਆਰਡੀਨੈਂਸਾਂ ਦੀ, ਸਿੱਧੇ ਤੌਰ ਤੇ ਕਹਿੰਦੇ ਹੋਏ ਨਜ਼ਰ ਆ ਰਹੇ ਸੀ ਆਰਡੀਨੈਂਸ ਜਿਹੜੇ ਨੇ ਕਿਸਾਨ ਹਤੇਸ਼ੀ ਹੈ, MSP ਤੇ ਫਸਲਾਂ ਦੀ ਖਰੀਦ ਹੋਏਗੀ, ਹੋਰ ਵੀ ਕਈ ਗੱਲਾਂ ਕਰਦੇ ਨਜ਼ਰ ਆ ਰਹੇ ਸੀ। ਲੇਕਿਨ ਅੱਜ ਜਦੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਨੇ ਤੇ ਹਾਂ ਉਹਨਾਂ ਨੇ ਜ਼ਰੂਰ ਇਸ ਦਾ ਵਿਰੋਧ ਕਰਨ ਦਾ ਕੰਮ ਸ਼ੁਰੂ ਕੀਤਾ, ਲੇਕਿਨ ਹਾਂ ਇੰਨਾ ਜ਼ਰੂਰ ਹੈ ਕਿ ਉਹਨਾਂ ਦੇ ਦੋਹਰੇ ਮਾਪਦੰਡਾਂ ਕਰਕੇ ਉਹਨਾਂ ਦੀ ਕਾਰਜਪ੍ਰਣਾਲੀ ਤੇ ਸਵਾਲ ਚੁੱਕੇ ਜਾ ਰਹੇ ਨੇ। ਕਿਉਂਕਿ ਹਰਸਿਮਰਤ ਕੌਰ ਬਾਦਲ ਦੀ ਗੱਲ ਕਰੀਏ, ਕੇਂਦਰੀ ਕੈਬਨਿਟ ਦੇ ਵਿੱਚ ਮੌਜੂਦ ਹੈ ਔਰ ਉਸ ਕੈਬਨਿਟ ਦੇ ਵਿੱਚ ਜਿਸ ਕੈਬਨਿਟ ਨੇ ਆਰਡੀਨੈਂਸ ਜਿਹੜੇ ਨੇ ਪਾਸ ਕੀਤੇ ਨੇ, ਅਗਰ ਵਿਰੋਧ ਕਰਨਾ ਹੁੰਦਾ ਤੇ ਫਿਰ ਉਨ ਆਰਡੀਨੈਂਸਾਂ ਦਾ ਵਿਰੋਧ ਜਿਹੜਾ ਉਸ ਕੈਬਨਿਟ ਦੇ ਵਿੱਚ ਵੀ ਹੋ ਸਕਦਾ ਸੀ, ਜਿਹੜਾ ਨਹੀਂ ਕੀਤਾ ਗਿਆ। ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਸਵਾਲ ਚੁੱਕੇ ਜਾ ਰਹੇ ਨੇ ਜੀ। ਨਹੀਂ ਤੇ ਇਸ ਦੇ ਨਾਲ ਹੀ ਜੇਕਰ ਇਹਨਾਂ ਦੇ ਗੱਠਜੋੜ ਦੀ ਗੱਲ ਕੀਤੀ ਜਾਵੇ ਅਕਾਲੀ ਦਲ ਭਾਜਪਾ ਦੀ, ਤਾਂ ਉਸ ਤੇ ਵੀ ਕਈ ਪ੍ਰਭਾਵ ਪੈ ਸਕਦਾ, ਕਿਉਂਕਿ ਆਉਣ ਵਾਲੇ ਦਿਨਾਂ 'ਚ ਕਾਫੀ ਜੋ ਸਿਆਸੀ ਰੰਗਤ ਲੈ ਸਕਦਾ ਜੋ ਆਰਡੀਨੈਂਸਾਂ ਦਾ ਇਹ ਮਸਲਾ ਚੱਲ ਰਿਹਾ ਹੈ। ਦੇਖੋ ਅਗਰ ਆਪਾਂ ਗੱਲ ਕਰੀਏ ਗੱਠਜੋੜ ਦੀ ਗੱਲ ਕਰੀਏ ਜਾਂ ਕੇਂਦਰੀ ਕੈਬਨਿਟ ਦੀ ਵਜ਼ੀਰੀ ਨੂੰ ਛੱਡਣ ਦੀ ਗੱਲ ਕਰੀਏ, ਹਜੇ ਤੱਕ ਇਸ ਨੂੰ ਲੈ ਕੇ ਸਟੈਂਡ ਜਿਹੜਾ ਉਹ ਸਪਸ਼ਟ ਨਹੀਂ ਹੋ ਪਾਇਆ, ਕਿਉਂਕਿ ਹਜੇ ਵੀ ਹਰਸਿਮਰਤ ਕੌਰ ਬਾਦਲ ਜਿਹੜੀ ਹੈ ਉਹ ਕਿਤੇ ਨਾ ਕਿਤੇ ਕੇਂਦਰੀ ਕੈਬਨਿਟ ਦਾ ਹਿੱਸਾ ਬਣੀ ਹੋਈ ਹੈ। ਭਾਵੇਂ ਸੁਖਬੀਰ ਬਾਦਲ ਵਿਰੋਧ ਕਰਨ ਦੀ ਗੱਲ ਕਰ ਰਹੇ ਹੋ, ਲੇਕਿਨ ਹਜੇ ਵੀ ਹਰਸਿਮਰਤ ਕੌਰ ਬਾਦਲ ਕੈਬਨਿਟ ਮਿਨਿਸਟਰ ਹੈ ਔਰ ਉਸੇ ਸਰਕਾਰ ਦਾ ਹਿੱਸਾ ਹੈ ਜਿਹੜੀ ਸਰਕਾਰ ਆ ਕਿਸਾਨ ਮਾਰੂ ਫੈਸਲੇ ਲੈਂਦੀ ਹੋਈ ਨਜ਼ਰ ਆ ਰਹੀ ਹੈ। ਦੂਜੇ ਪਾਸੇ ਗੱਠਜੋੜ ਦੀ ਗੱਲ ਕਰੀਏ ਤਾਂ ਜ਼ਰੂਰ ਕਿਹਾ ਜਾ ਰਿਹਾ ਕਿ ਗੱਠਜੋੜ ਜਿਹੜੇ ਨੇ ਉਹ ਤੋੜ ਦਿੱਤੇ ਜਾਣਗੇ, ਆਪਾਂ ਕਿਸੇ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ, ਲੇਕਿਨ ਕਦੋਂ ਫੈਸਲਾ ਹੋਏਗਾ ਇਹ ਤੇ ਵੇਖਣ ਵਾਲੀ ਗੱਲ ਰਹੇਗੀ। ਲੇਕਿਨ ਹਾਂ ਇੰਨਾ ਜ਼ਰੂਰ ਹੈ ਕਿ ਜਿਸ ਢੰਗ ਦੇ ਨਾਲ ਲਗਾਤਾਰ ਸੜਕ ਤੋਂ ਲੈ ਕੇ ਹੁਣ ਲੋਕ ਸਭਾ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਤੇ ਆ ਵਿਰੋਧ ਪ੍ਰਦਰਸ਼ਨ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵੱਡੇ ਰੂਪ ਦੇ ਵਿੱਚ ਬਦਲਦੇ ਨਜ਼ਰ ਆਉਣਗੇ, ਕਿਉਂਕਿ ਕਿਸਾਨ ਹੁਣ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਚੁੱਕੇ ਨੇ। ਸਿੱਧੇ ਤੌਰ ਤੇ ਕਿਸਾਨਾਂ ਨੇ ਕਹਿ ਦਿੱਤਾ ਹੈ ਕਿ ਜਦੋਂ ਤੱਕ ਆਰਡੀਨੈਂਸ ਵਾਪਸ ਨਹੀਂ ਹੁੰਦੇ ਤਦ ਤੱਕ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਜਾਰੀ ਰਹੇਗਾ। ਵੇਖਣ ਵਾਲੀ ਗੱਲ ਰਹੇਗੀ ਕਿ ਕਦੋਂ ਜਿਹੜੀ ਕੇਂਦਰ ਸਰਕਾਰ ਹੈ ਇਨ ਵਿਰੋਧਾਂ ਤੋਂ ਕੋਈ ਸੰਗਿਆਨ ਲੈ ਪਾਉਂਦੀ ਔਰ ਕਿਆ ਇਨ ਆਰਡੀਨੈਂਸਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੋਧ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਜੀ। ਨੀਤ ਇਸ ਦੇ ਨਾਲ ਹੀ 2022 ਵਿਧਾਨ ਸਭਾ ਹੁਣ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਨੇ, ਤਾਂ ਜੋ ਕਿਸਾਨੀ ਦਾ ਮੁੱਦਾ ਹੈ ਇਹ ਮੇਨ ਮੁੱਖ ਮੁੱਦਾ ਮੰਨਿਆ ਜਾ ਰਿਹਾ ਇਹਨਾਂ ਦਿਨਾਂ ਦੇ ਅੰਦਰ, ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਕਾਫੀ ਪ੍ਰਭਾਵ ਪਏਗਾ ਆਉਣ ਵਾਲੇ ਦਿਨਾਂ 'ਚ, ਕਿਉਂਕਿ ਜਿਸ ਤਰ੍ਹਾਂ ਨਾਲ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਬਣਿਆ ਜਾਂ ਹੁਣ ਤੱਕ ਟੁੱਟਿਆ, ਉਸ ਨੂੰ ਲੈ ਕੇ ਕਾਫੀ ਪ੍ਰਭਾਵ ਪੈ ਸਕਦਾ ਸ਼੍ਰੋਮਣੀ ਅਕਾਲੀ ਦਲ ਤੇ ਕਿਸਾਨੀ ਨੂੰ ਲੈ ਕੇ। ਦੇਖੋ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਵਿੱਚ ਦੋ ਮੁੱਦਿਆਂ ਤੇ ਚੋਣ ਲੜਦੀ ਹੋਈ ਨਜ਼ਰ ਆਉਂਦੀ ਸੀ। ਪਹਿਲਾ ਮੁੱਦਾ ਸੀ ਧਾਰਮਿਕ, ਦੂਜਾ ਮੁੱਦਾ ਸੀ ਕਿਸਾਨੀ। ਪਹਿਲੇ ਮੁੱਦੇ ਦੇ ਉੱਪਰ ਜ਼ਰੂਰ ਕਈ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਗੰਭੀਰ ਆਰੋਪ ਲੱਗੇ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਲ ਦੇ ਵਿੱਚ ਜਿਸ ਤਰ੍ਹਾਂ ਨਾਲ ਬੇਅਦਬੀਆਂ ਹੋਈਆਂ, ਕਈ ਵੱਡੇ ਕਾਂਡ ਹੋਏ ਤੇ ਧਾਰਮਿਕ ਮੁੱਦਿਆਂ ਤੋਂ ਤੇ ਜ਼ਰੂਰ ਉਹ ਪਿੱਛੇ ਹਟਦੀ ਹੋਈ ਨਜ਼ਰ ਆਈ ਹੈ। ਔਰ ਸਿੱਧੇ ਤੌਰ ਤੇ ਜਿਸ ਤਰ੍ਹਾਂ ਨਾਲ ਉਹਨਾਂ ਦੇ ਜਿਹੜੇ ਸਹਿਯੋਗੀ ਸੀ, ਚਾਹੇ ਉਹਦੇ ਵਿੱਚ ਆਪਾਂ ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕਰੀਏ ਜਾਂ ਫਿਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਗੱਲ ਕਰੀਏ, ਉਹ ਕਹਿੰਦੇ ਨਜ਼ਰ ਆਏ ਕਿ
ਜਿਹੜੇ ਕਹਿ ਸਕਦੇ ਆ ਪੰਥ ਦੀ ਰਾਖੀ ਕਹਾਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮੰਨੀ ਜਾਂਦੀ ਸੀ, ਅੱਜ ਆਪਣੇ ਸਾਰੇ ਸਿਧਾਂਤਾਂ ਤੋਂ ਪਿੱਛੇ ਮੁੜ ਚੁੱਕੀ ਹੈ। ਦੂਜਾ ਮਸਲਾ ਸੀ ਕਿਸਾਨਾਂ ਦਾ। ਕਿਸਾਨਾਂ ਨੂੰ ਲੈ ਕੇ ਦੋਹਰਾ ਮਾਪਦੰਡ ਸ਼੍ਰੋਮਣੀ ਅਕਾਲੀ ਦਲ ਦਾ ਵੇਖਣ ਨੂੰ ਮਿਲਿਆ, ਜਿਸ ਢੰਗ ਦੇ ਨਾਲ ਲਗਾਤਾਰ ਪਹਿਲਾਂ ਹਿਮਾਇਤ ਕਰਦੇ ਰਹੇ ਇਨ ਆਰਡੀਨੈਂਸਾਂ ਦੀ ਔਰ ਹੁਣ ਹਿਮਾਇਤ ਤੋਂ ਬਾਅਦ ਜ਼ਰੂਰ ਇਸ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ। ਲੇਕਿਨ ਪਹਿਲਾਂ ਕਿਉਂ ਇਸ ਦਾ ਵਿਰੋਧ ਨਹੀਂ ਕੀਤਾ ਗਿਆ, ਪਹਿਲਾਂ ਕਿਉਂ ਹਿਮਾਇਤਾਂ ਕੀਤੀਆਂ ਗਈਆਂ? ਕਿਉਂਕਿ ਅਗਰ ਸ਼੍ਰੋਮਣੀ ਅਕਾਲੀ ਦਲ ਉਸ ਸਮਾਂ ਸੁਖਬੀਰ ਬਾਦਲ ਕਹਿੰਦੇ ਨਜ਼ਰ ਆਉਂਦੇ ਸੀ ਕਿ MSP ਤੇ ਫਸਲਾਂ ਦੀ ਖਰੀਦ ਹੋਏਗੀ, ਲੇਕਿਨ ਹੁਣ ਕਿਉਂ ਵਿਰੋਧ ਹੋ ਰਿਹਾ? ਕਿਉਂਕਿ ਅਗਰ ਉਸ ਸਮਾਂ ਇਹਨਾਂ ਨੇ ਇਸ ਆਰਡੀਨੈਂਸਾਂ ਨੂੰ ਲੈ ਕੇ ਵਿਰੋਧ ਜਤਾਇਆ ਹੁੰਦਾ ਤੇ ਸ਼ਾਇਦ ਅੱਜ ਆਰਡੀਨੈਂਸ ਬਿਲਕੁਲ ਵਿਨੀਤ ਦੋਰੇ ਜੋ ਮਾਪਦੰਡ ਅਪਣਾਏ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜੋ ਪੰਜਾਬ ਦੀ ਜਨਤਾ ਹੈ ਉਸ ਨੂੰ ਸਟੈਂਡ ਕਲੀਅਰ ਨਹੀਂ ਹੈ। ਪਹਿਲਾਂ ਜੋ ਹਿਤੈਸ਼ੀ ਦੱਸੇ ਜਾਂਦੇ ਨੇ ਤਾਂ ਬਾਅਦ ਵਿੱਚ ਉਸ ਦਾ ਵਿਰੋਧ ਕੀਤਾ ਜਾਂਦਾ ਹੈ। ਤੋ ਵਿਨੀਤ ਤੁਹਾਡਾ ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਸਾਂਝਾ ਕਰਨ ਦੇ ਲਈ।